जी अस्सलाम वालेकुम इशफाक भाई। वालेकुम अस्सलाम। अच्छा इशफाक भाई, गवर्नमेंट ने आवाम ਨੂੰ ਇੱਕ ਨਵਾਂ ਤੋਹਫਾ ਦਿੱਤਾ ਹੈ ਬਿਜਲੀ ਦਾ, जी जी ਤੇ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ? ਤੋਹਫਾ ਨਹੀਂ ਦਿੱਤਾ ਬਲਕਿ ਇੰਜ ਸਮਝ ਲਓ ਕਿ ਇੱਕ ਨਵਾਂ ਹਥੌੜਾ ਆਵਾਮ ਦੇ ਸਿਰ 'ਚ ਮਾਰਿਆ। ਪਹਿਲੇ ਇੱਕ ਵੱਜਦਾ ਸੀ ਜਦੋਂ ਯੂਨਿਟ 199 ਤੋਂ ਪਲੱਸ ਹੋ ਜਾਂਦੇ ਸੀ ਨਾ, 200 ਜਾਂ 200 ਪਲੱਸ, ਉਸ ਟਾਈਮ ਵਿੱਚ ਇੱਕ ਯੂਨਿਟ ਜਿਹੜਾ ਨਾ 5000 ਦਾ ਜਾਂ 5100 ਰੁਪਏ ਦਾ ਪੈਂਦਾ ਸੀ। ਪਹਿਲੇ ਆਵਾਮ ਨੂੰ ਇੱਕ ਝਟਕਾ ਲੱਗਦਾ ਸੀ, ਲੇਕਿਨ ਹੁਣ ਹਰ ਯੂਨਿਟ ਤੇ ਝਟਕਾ ਲੱਗੇਗਾ। ਗਰੀਬ ਤੋਂ ਗਰੀਬ ਜਿਹੜਾ ਬੰਦਾ ਹੈ ਨਾ, ਉਹ ਵੀ ਹੁਣ 34-35 ਰੁਪਏ ਪਰ ਯੂਨਿਟ ਖਰੀਦੇਗਾ, ਯਾਨੀ ਕਿ ਟੈਕਸ ਸ਼ਾਮਲ ਕਰਕੇ ਇਹ ਬਣ ਜਾਏਗੀ 44-45 ਰੁਪਏ। ਅੱਗੇ ਜਦੋਂ 200 ਤੋਂ ਯੂਨਿਟ ਕ੍ਰਾਸ ਕਰਦਾ ਸੀ ਨਾ, ਉਸ ਟਾਈਮ ਬੰਦੇ ਨੂੰ 8-9000 ਰੁਪਇਆ ਬਿੱਲ ਆਂਦਾ ਸੀ। ਹੁਣ ਇੱਕ 100 ਯੂਨਿਟ ਦਾ 5000 ਦੇ ਕਰੀਬ ਬਿੱਲ ਆਇਆ ਕਰੇਗਾ। ਇਹਦੀ ਕੀ ਵਜ੍ਹਾ ਹੈ? ਇਹਦੀ ਵਜ੍ਹਾ ਇਹੀ ਹੈ ਕਿ ਬਸ ਜਦੋਂ ਦੀ ਸ਼ਬਾਜ਼ ਸ਼ਰੀਫ ਸਾਹਿਬ ਦੀ ਹੁਕੂਮਤ ਆਈ ਹੈ, ਅਸੀਂ ਹੈ ਤਾਂ ਉਹਨਾਂ ਦੇ ਸਪੋਰਟਰ ਹਾਂ, ਲੇਕਿਨ ਮੇਰਾ ਤਾਂ ਖਿਆਲ ਹੈ ਕਿ ਗਰੀਬ ਨੂੰ ਲੁੱਟਿਆ ਹੀ ਜਾ ਰਿਹਾ। ਅੱਛੇ ਤਰੀਕੇ ਨਾਲ ਜੰਮ ਕੇ ਲੁੱਟਦੇ ਪਏ ਨੇ। ਪੈਟਰੋਲੀਅਮ ਮਸਨੂਆਤ ਦੀ ਕੀਮਤਾਂ ਵੱਲ ਦੇਖਿਆ ਜਾਏ, ਬਿਜਲੀ ਦੀ ਕੀਮਤਾਂ ਵੱਲ ਦੇਖਿਆ ਜਾਏ, ਬਾਕੀ ਚੀਜ਼ਾਂ ਦੀ ਮਹਿੰਗਾਈ ਹੈ, ਚਲੋ ਕੁਝ ਕੰਟਰੋਲ ਹੈ, ਲੇਕਿਨ ਥੱਲੇ ਨਹੀਂ ਆਈ। 150 ਰੁਪਏ ਕਿਲੋ ਘਿਓ ਹੁੰਦਾ ਸੀ, ਉਹ 500-600 ਰੁਪਏ ਦਾ ਕਿਲੋ ਕਿਉਂ ਮਿਲਦਾ ਪਿਆ? ਕਿਹੜੀ ਉਹਦੇ ਵਿੱਚ ਅਫੀਮ ਪਾਣੀ ਸ਼ੁਰੂ ਕਰ ਦਿੱਤੀ ਇਹਨਾਂ ਨੇ? ਉਹੀ ਘਿਓ ਹੈ ਨਾ, ਉਹੀ ਕਿਲੋ ਦਾ ਵਜ਼ਨ ਜਿਹੜਾ ਪਹਿਲੇ ਵਾਲਾ ਉਹੀ ਸੀ, ਕੁਆਲਿਟੀ ਉਹੀ ਹੈ, ਲੇਕਿਨ 150 ਰੁਪਏ ਕਿਲੋ ਕਿਉਂ ਨਹੀਂ? ਕਿਉਂ 500-600 ਰੁਪਏ ਕਿਲੋ ਹੈ, 550 ਰੁਪਏ ਕਿਲੋ ਹੈ? ਇਸੇ ਤਰ੍ਹਾਂ ਸ਼ੂਗਰ, ਤੁਸੀਂ ਚੀਨੀ ਦਾ ਰੇਟ ਦੇਖ ਲਓ, 200 ਰੁਪਏ ਦੇ ਕਰੀਬ ਚਲਾ ਜਾਂਦਾ ਹੈ। ਹੁਣ ਵੀ ਗਵਰਨਮੈਂਟ ਨੇ ਐਲਾਨ ਕੀਤਾ ਜੀ 175 ਰੁਪਏ, ਪਤਾ ਨਹੀਂ ਕਿੰਨੇ ਦੇ, ਪੌਣੇ 200 ਰੁਪਏ। ਇਹ ਕੋਈ ਮਤਲਬ ਇਹਦੇ ਵਿੱਚ ਕਿਹੜੀ ਕੋਈ ਨਵੀਂ ਚੀਜ਼ ਸ਼ਾਮਲ ਕਰ ਦਿੱਤੀ ਚੀਨੀ ਦੇ ਵਿੱਚ? ਬਿਜਲੀ ਜਿਹੜੀ ਹੈ ਨਾ, ਇਹ ਜਦੋਂ ਦੀ ਸ਼ਬਾਜ਼ ਸ਼ਰੀਫ ਦੀ ਹੁਕੂਮਤ PDM ਦੇ ਥਰੂ ਆਈ ਸੀ, ਅਦਮ ਇਤਮਾਦ ਤੋਂ ਬਾਅਦ, ਬਿਜਲੀ ਉਦੋਂ ਦੀ ਬਿਜਲੀ ਬਣ ਕੇ ਡਿੱਗਦੀ ਪਈ ਆਵਾਮ ਦੇ ਉੱਤੇ। ਅੱਛਾ, ਤੁਸੀਂ ਕੀ ਸਮਝਦੇ ਹੋ ਕਿ ਸ਼ਬਾਜ਼ ਸ਼ਰੀਫ ਸਾਹਿਬ ਜਿਹੜੇ ਇਹਨਾਂ ਨੂੰ ਕੰਟਰੋਲ ਕਰ ਸਕਦੇ ਨੇ ਜਾਂ ਕੋਈ? ਸ਼ਬਾਜ਼ ਸ਼ਰੀਫ ਸਾਹਿਬ, ਮੈਨੂੰ ਤਾਂ ਲੱਗਦਾ ਜਿਵੇਂ ਉਹਨਾਂ ਨੂੰ ਪਤਾ ਹੀ ਕੋਈ ਨਹੀਂ, ਕੰਟਰੋਲ ਕਰਨਾ ਨਹੀਂ ਚਾਹੁੰਦੇ, ਜਾਂ ਉਹ ਸੋਚਦੇ ਹੀ ਨਹੀਂ ਪਏ ਕਿ ਆਵਾਮ ਕਿੰਨੀ ਮੁਸ਼ਕਲ ਦੇ ਵਿੱਚ ਹੈ। ਹਾਲਾਂਕਿ ਜਦੋਂ ਸ਼ਬਾਜ਼ ਸ਼ਰੀਫ ਸਾਹਿਬ ਆਏ ਸੀ, ਅਸੀਂ ਬੜੀਆਂ ਖੁਸ਼ੀਆਂ ਮਨਾਈਆਂ ਸੀ, ਚਲੋ ਜੀ ਹੁਣ ਅੱਛਾ ਦੌਰ ਆਏਗਾ, ਹੁਣ ਮਹਿੰਗਾਈ ਕਮ ਹੋਏਗੀ, ਲੇਕਿਨ ਹਮੇਸ਼ਾ PTI ਦੇ ਜਿਹੜੇ ਲੋਕ ਨੇ ਉਹ ਸਾਨੂੰ ਤਾਨੇ ਦਿੰਦੇ ਨੇ, ਇਹ ਗੱਲਾਂ ਸੁਣਾਉਂਦੇ ਨੇ ਤਰ੍ਹਾਂ ਦੀਆਂ। ਅੱਛਾ, ਕੋਈ ਮਸ਼ਵਰਾ ਦੇਣਾ ਚਾਹੋਗੇ ਗਵਰਨਮੈਂਟ ਨੂੰ? ਮਸ਼ਵਰਾ ਕੋਈ ਸਮਝ ਨਹੀਂ ਆ ਰਿਹਾ। ਦੇਖੋ, ਇੱਕ ਬਾਬੇ ਨੇ ਮਰੀਮ ਨਵਾਜ਼ ਨੂੰ ਮੰਦਾ ਚੰਗਾ ਬੋਲਿਆ ਸੀ, ਅਗਲੇ ਦਿਨ ਹੀ ਚੁੱਕ ਲਿਆ। ਸਾਰੀ ਆਵਾਮ ਪਿੱਟਦੀ ਪਈ ਹੈ ਕਿ ਸਾਨੂੰ 5000 ਦਾ 5100 ਰੁਪਏ ਵਾਲਾ ਜਿਹੜਾ ਯੂਨਿਟ ਪੈਂਦਾ ਪਿਆ, ਇਹ ਮਾਫ ਕਰ ਦਿਓ। ਸਾਰੀ ਆਵਾਮ ਜਲੀਲ ਹੋ ਰਹੀ ਹੈ ਕਿ ਸਾਨੂੰ ਮੋਟਰਸਾਈਕਲ ਦਾ, ਜਿਹੜਾ ਇੱਕ ਗਰੀਬ ਮੋਟਰਸਾਈਕਲ ਆ, ਉਹਨੂੰ 2000 ਦਾ ਚਲਾਨ, ਇਹ ਕਿੱਥੋਂ ਦਾ ਅਸੂਲ ਹੈ? ਕਿਹੜੇ ਮੁਲਕ ਦਾ? ਪੂਰੇ ਦੁਨੀਆ ਦੇ ਕਿਸੇ ਜੰਗਲ 'ਚ ਵੀ ਇਹੋ ਜਿਹਾ ਕਾਨੂੰਨ ਨਹੀਂ ਲਾਗੂ ਹੋਏਗਾ। ਇੱਕ ਗਰੀਬ ਆਦਮੀ ਨੂੰ 5000 ਰੁਪਏ ਦਾ ਇੱਕ ਯੂਨਿਟ ਬਿਜਲੀ ਦਾ ਵਿੱਚ ਐਡ ਹੋਣ ਡਿਆ, ਯਾਨੀ ਅਗਰ ਉਹ 199 ਪਲੱਸ ਹੋ ਗਿਆ ਤਾਂ ਇੱਕ ਯੂਨਿਟ 5100 ਰੁਪਏ ਦਾ ਪੈਂਦਾ। ਇਹਨਾਂ ਨੇ ਆਸਾਨੀ ਕੀ ਕੀਤੀ ਹੈ? ਇਹਨਾਂ ਨੇ ਹਰ ਇੱਕ ਯੂਨਿਟ ਦਾ ਰੇਟ ਉਹੀ ਫਿਕਸ ਕਰ ਛੜਿਆ, ਯਾਨੀ ਅੱਗੇ ਤੇ 199 ਤੋਂ ਥੱਲੇ ਵਾਲੇ ਬਚ ਜਾਂਦੇ ਸੀ, 199 ਤੋਂ ਉੱਤੇ ਵਾਲੇ ਮਰਦੇ ਸੀ, ਹੁਣ 199 ਤੋਂ ਥੱਲੇ ਵਾਲੇ ਵੀ ਮਰਨਗੇ। ਹੁਣ ਹਰ ਕੋਈ ਮਰੇਗਾ। ਹੁਣ ਉਹ ਗਰੀਬ ਵੀ ਮਰੇਗਾ ਜਿਹਦੇ ਘਰ ਇੱਕ ਜਾਂ ਦੋ ਅਫਰਾਦ ਨੇ, ਜਿਨ੍ਹਾਂ ਦਾ ਕੋਈ 100-125, ਜਿਨ੍ਹਾਂ ਦੇ ਘਰ ਪੱਖਾ ਕੋਈ ਨਹੀਂ, ਜਿਨ੍ਹਾਂ ਦੇ ਘਰ ਕੋਈ ਇੱਕਾ ਦੁੱਕਾ ਬਲਬ ਚੱਲਦਾ ਹੈ, ਉਹ ਪਾਣੀ ਕਿਸੇ ਹੋਰ ਨੂੰ ਭਰਦੇ ਨੇ, ਹੁਣ ਉਹ ਵੀ ਮਰਨਗੇ। ਉਹ ਬੇਵਾ, ਬੇਸਹਾਰਾ, ਗਰੀਬ, ਬਜ਼ੁਰਗ, ਔਰਤਾਂ, ਮਾਈਆਂ ਜਿਹੜੀਆਂ ਨਾ, ਜਿਹੜੇ ਘਰਾਂ ਦੇ ਵਿੱਚ ਬੜੇ ਗਰੀਬ ਨੇ ਜਿਹੜੇ, ਉਹ ਵੀ ਮਰਨਗੇ। ਹੁਣ 45 ਰੁਪਏ 50 ਰੁਪਏ ਯੂਨਿਟ ਦਾ ਰੇਟ ਤੁਹਾਨੂੰ ਪੈਣਾ, ਕਿਉਂਕਿ 34 ਰੁਪਏ ਰੇਟ ਗਵਰਨਮੈਂਟ ਨੇ ਰੱਖਿਆ ਪਰ ਯੂਨਿਟ, ਯਾਨੀ ਸਟਾਰਟ ਤੋਂ ਹੀ। ਜਦੋਂ ਉਹਦੇ ਨਾਲ ਟੈਕਸ ਸ਼ਾਮਲ ਹੋਣੇ, ਜਿਹੜੇ ਕਿੰਨੇ ਫਜ਼ੂਲ ਟੈਕਸ ਨੇ, ਕਦੀ ਉਹਨਾਂ ਦੀ ਲਿਸਟ ਦੇਖੋ ਨਾ ਤੇ ਹੈਰਤ ਗੁੰਮ ਹੋ ਜਾਂਦੀ ਕਿ ਅਸੀਂ ਪਤਾ ਨਹੀਂ ਪਾਕਿਸਤਾਨ ਵਿੱਚ ਪੈਦਾ ਹੋ ਕੇ ਜੁਰਮ ਕਰ ਲਿਆ। ਐਸੇ ਫਜ਼ੂਲ ਕਿਸਮ ਦੇ ਟੈਕਸ, ਫਿਊਲ ਟੈਕਸ ਪਰ ਫਾਜ਼ਲ ਟੈਕਸ ਪਰ ਮਜ਼ੀਦ ਟੈਕਸ, ਇਹ ਕੀ ਟੈਕਸ ਹੈ ਬਈ? ਇਸੇ ਤਰ੍ਹਾਂ ਆ ਜਾਂਦਾ ਜੀ ਆ, ਮਤਲਬ ਇਨਕਮ ਟੈਕਸ, ਉਹ ਆਪਣਾ ਸਰਚਾਰਜ ਪਰ ਫਾਜ਼ਲ ਟੈਕਸ। ਉਹ ਫਾਜ਼ਲ ਕੀ ਸ਼ੈ ਹੈ? ਜਨਰਲ ਸੇਲ ਟੈਕਸ, ਉਹਦੇ ਉੱਤੇ ਵੀ 2 ਟੈਕਸ ਹੋਰ ਨਾਲ। ਮੀਟਰ ਦਾ ਕਿਰਾਇਆ ਕਿਸ ਚੀਜ਼ ਦਾ? ਅਸੀਂ ਇਹਦਾ ਡਿਮਾਂਡ ਨੋਟਿਸ ਤਾਰ ਕੇ ਪੈਸੇ ਅਦਾ ਕਰਕੇ ਅਸੀਂ ਇਹਨੂੰ ਖਰੀਦਿਆ ਲਿਆਇਆ, ਇਹਦਾ ਅਸੀਂ ਕਿਰਾਇਆ ਦੇ ਰਹੇ, ਫਿਕਸ ਕਿਰਾਇਆ ਦੇ ਰਹੇ। ਨੀਲਮ ਜੇਲਮ ਜਿਹੜਾ, ਉਹਦਾ ਵੀ ਨੀਲਮ ਜੇਲਮ ਜਿਹੜਾ ਵੇ, ਉਹ ਅਗਰ ਜਿਹੜੀ ਸਾਨੂੰ ਬਿਜਲੀ ਦੇ ਰਿਹਾ, ਉਹਦੇ ਅਸੀਂ ਇਜ਼ਾਫੀ ਸਰਚਾਰਜ ਅਗਰ ਅਦਾ ਕਰਦੇ ਪਏ ਹਾਂ, ਕਿ ਅਸੀਂ ਬਿੱਲ ਨਹੀਂ ਦੇ ਰਹੇ, ਅਸੀਂ ਫ੍ਰੀ ਬਿਜਲੀ ਲੈ ਰਹੇ ਹਾਂ, ਕਿ ਅਸੀਂ ਉਹਦਾ ਟੈਕਸ ਹਰ ਦਫਾ ਅਦਾ ਕਰੀਏ। ਦੂਸਰੇ ਨੰਬਰ ਤੇ ਦੇਖੋ ਕਿ ਸਾਨੂੰ ਟੈਲੀਵਿਜ਼ਨ ਦੀ ਫਿਕਸ ਫੀਸ ਕਿਉਂ ਅਦਾ ਕਰਨੀ ਪੈ ਰਹੀ ਹੈ? ਪਹਿਲੇ ਤੇ 5 ਰੁਪਏ ਸੀ, 5 ਰੁਪਏ ਸੀ, ਫਿਰ 35 ਰੁਪਏ ਹੋਈ, ਫਿਰ 100 ਰੁਪਇਆ ਹੋ ਗਈ ਸੀ। ਨਹੀਂ, ਅੱਜ ਕੱਲ ਬੰਦਾ ਇਹਨਾਂ ਨੂੰ ਇਹ ਪੁੱਛੇ ਕਿ ਟੈਲੀਵਿਜ਼ਨ ਦਾ ਕੋਈ ਦੌਰ ਹੈ, ਕੋਈ ਲਾਂਦਾ ਹੋਏਗਾ ਘਰਾਂ 'ਚ ਟੀਵੀ? ਦੇਖੋ ਜੀ, ਟੈਲੀਵਿਜ਼ਨ ਦੀ ਫੀਸ ਲੈਣਾ ਇਹ ਵੀ ਜ਼ੁਲਮ ਹੈ, ਕਿਉਂਕਿ ਬਹੁਤ ਸਾਰੇ ਐਸੇ ਘਰ ਨੇ ਜਿਨ੍ਹਾਂ ਦੇ ਘਰ ਨਾ ਟੈਲੀਵਿਜ਼ਨ ਚੱਲਦਾ, ਨਾ ਇਹਨਾਂ ਦੇ ਚੈਨਲ ਚੱਲਦੇ ਨੇ, PTV ਵਗੈਰਾ ਵਗੈਰਾ। ਦੂਸਰੀ ਬਾਤ ਇਹ ਆ, ਇੱਕ ਜ਼ੁਲਮ ਇਸ ਤੋਂ ਵੀ ਵੱਡਾ ਵੇਖੋ ਕਿ ਅੱਲਾ ਦੇ ਕਹਿਰ ਤੋਂ ਡਰਨ ਵਾਲੀ ਬਾਤ ਹੈ ਕਿ ਮਸਜਿਦਾਂ ਦੇ ਬਿੱਲ ਦੇ ਉੱਤੇ ਟੈਲੀਵਿਜ਼ਨ ਦਾ ਟੈਕਸ ਲੱਗਦਾ ਪਿਆ, ਜਨਾਜ਼ਗਾਹ ਦੇ ਬਿੱਲ ਦੇ ਉੱਤੇ, ਮਦਰਸਿਆਂ ਦੇ ਬਿੱਲ ਦੇ ਉੱਤੇ ਟੈਲੀਵਿਜ਼ਨ ਦਾ ਟੈਕਸ ਲੱਗਦਾ ਪਿਆ। ਉਸ ਤੋਂ ਬਾਅਦ ਤੁਸੀਂ ਇਹ ਦੇਖੋ ਕਿ ਮਸਜਿਦਾਂ ਨੂੰ ਕਮ ਸੇ ਕਮ, ਮਸਜਿਦ ਤੇ ਜਨਾਜ਼ਗਾਹ ਮਦਾਰਸ ਜਿਹੜੇ ਨੇ, ਇਹਨਾਂ ਨੂੰ ਬਿੱਲ ਮਾਫ ਹੋਣਾ ਚਾਹੀਦਾ, ਲੇਕਿਨ ਬਿੱਲ ਮਾਫ ਕਿਹਨਾਂ ਨੂੰ ਹੈ? 18ਵੇਂ ਸਕੇਲ ਤੋਂ ਉੱਤੇ ਜਿਹੜੇ ਅਫਸਰ ਨੇ ਉਹਨਾਂ ਨੂੰ। ਅੱਛਾ, ਵੈਸੇ ਟੈਲੀਵਿਜ਼ਨ ਦਾ ਕੀ ਮਤਲਬ ਹੈ? ਕਿਉਂ ਇਹ ਲਾਉਂਦੇ ਨੇ ਟੈਕਸ? ਕੋਈ ਇਹਦੀ ਵਜ੍ਹਾ ਨਹੀਂ, ਕੋਈ ਇਹਦਾ ਮਤਲਬ ਨਹੀਂ, ਸਿਰਫ ਇਹ ਹੈਗੀ ਹੈ ਗੁੰਡਾਗਰਦੀ। ਜਿਹੜੇ ਹੁਕਮਰਾਨ, ਅਸ਼ਰਾਫੀਆ, ਇਹਨਾਂ ਦੀ ਜਿਹੜੀ ਅਯਾਸ਼ੀ ਹੈ ਨਾ,
ਉਹ ਹਰ ਗਰੀਬ ਮਜ਼ਦੂਰ ਆਵਾਮ ਜਿਤਨੇ ਲੋਕ ਨੇ ਨਾ ਇਹਨਾਂ ਨੇ ਪੂਰੀ ਕਰਨੀ ਹੈ। ਜਿਤਨੀ ਇਹ ਅਯਾਸ਼ੀ ਕਰਦੇ ਨੇ ਇਹਨਾਂ ਨੇ ਜ਼ਾਲਮਾਨਾ ਮੁਆਹਦੇ ਕੀਤੇ ਨੇ IPP ਦੇ ਨਾਲ ਕਿ ਬਿਜਲੀ ਤੁਸੀਂ ਪੈਦਾ ਕਰੋ ਨਾ ਕਰੋ, ਅਸੀਂ ਤੁਹਾਨੂੰ ਇਹ ਪੈਸੇ ਦੇਣੇ ਹੀ ਦੇਣੇ ਨੇ। ਉਹ ਪੈਸੇ ਦਿੰਦੇ ਪਏ ਨੇ ਉਹਨਾਂ ਨੂੰ। ਇਹ ਬਿਜਲੀ ਅਸੀਂ ਇਸਤੇਮਾਲ ਕਰਦੇ ਹਾਂ ਜਾਂ ਨਹੀਂ ਕਰਦੇ ਤਾਂ ਵੀ ਸਾਡੇ ਕੋਲ ਪੈਸੇ ਲੈਂਦੇ ਨੇ, ਅਗਰ ਅਸੀਂ ਥੋੜੀ ਇਸਤੇਮਾਲ ਕਰਦੇ ਹਾਂ ਤਾਂ ਵੀ ਸਾਡੇ ਕੋਲ ਪੈਸੇ ਕੱਢਦੇ ਨੇ। ਵੈਸੇ ਆਪਸ ਦੀ ਬਾਤ ਹੈ ਕਿ PTI ਵਾਲੇ ਸੁਣ ਕੇ ਤੇ ਫਿਰ ਮਜ਼ਾਕ ਤੇ ਸਾਡਾ ਉਡਾਣਗੇ ਕਿ ਅਸੀਂ ਸਾਂ ਜਿਨ੍ਹਾਂ ਨੇ ਸ਼ਹਬਾਜ਼ ਸ਼ਰੀਫ ਜਿਸ ਰਾਤ ਵਜ਼ੀਰ ਆਜ਼ਮ ਬਣਿਆ ਸੀ ਨਾ ਆਦਮ ਇਤਮਾਦ ਦੇ ਥਰੂ ਖੁਸ਼ੀਆਂ ਮਨਾਈਆਂ ਸੀ। ਹਕੀਕਤ ਹੈ, ਕੋਈ ਇਹਦੇ ਸ਼ੱਕ ਨਹੀਂ। ਅਸੀਂ PTI ਵਾਲਿਆਂ ਤਰ੍ਹਾਂ ਮੁਕਰਨਾ ਥੋੜਾ, ਲੇਕਿਨ ਸ਼ਹਬਾਜ਼ ਸ਼ਰੀਫ ਸਾਹਿਬ ਸਾਨੂੰ ਰੱਜ ਕੇ ਜ਼ਲੀਲ ਕਰਦੇ ਪਏ ਨੇ। ਬਿਜਲੀ ਦੀ ਸੂਰਤ ਵਿੱਚ ਜਿੰਨਾ ਜ਼ੁਲਮ ਸਾਡੇ ਮੁਲਕ 'ਚ ਹੋ ਰਿਹਾ ਨਾ, ਤੁਹਾਨੂੰ ਰੂਹੇ ਜ਼ਮੀਨ ਤੇ ਕਿਤੇ ਨਹੀਂ ਮਿਲੇਗਾ। ਅੱਛਾ, ਉਹਨਾਂ ਦਾ ਹੱਲ ਕੀ ਵੇਖਦੇ ਜੇ? ਕੋਈ ਹੱਲ ਨਹੀਂ ਇਹਦਾ, ਨਾ ਕਿਸੇ ਨੇ ਸੁਣਨਾ ਹੈ। ਦੇਖੋ ਜੀ, ਆਵਾਮ ਜ਼ਲੀਲ ਹੋ ਰਹੀ ਸੀ ਕਈ ਸਾਲਾਂ ਤੋਂ, ਆਵਾਮ ਰੋਂਦੀ ਪਈ ਸੀ। ਲੋਕ ਕਈ ਸਾਲਾਂ ਤੋਂ ਲੋਕ ਜਿਹੜੇ ਨਾ ਆਵਾਮ ਜਿਹੜਾ ਨਾ ਮਤਲਬ ਸੋਸ਼ਲ ਮੀਡੀਆ ਦੇ ਉੱਤੇ ਚੀਖੋ ਪੁਕਾਰ ਉਹਨਾਂ ਦੀ ਨਾ ਤੁਸੀਂ ਸੁਣਦੇ ਹੋਵੋਗੇ ਕਿ ਸਾਨੂੰ ਆ ਜਿਹੜਾ ਨਾ ਇਹ 200 ਵਾਲਾ ਜਿਹੜਾ ਯੂਨਿਟ ਹੈ ਨਾ, ਜਿਹੜਾ 5000 ਦਾ ਪੈਂਦਾ, ਇਹ ਮਾਫ ਕਰੋ। ਅਸੀਂ ਇੰਨੀ ਸਖਤ ਨਹੀਂ ਰੱਖਦੇ, ਨਾ ਕਾਰੋਬਾਰ ਇਸ ਮੁਲਕ ਦੇ ਵਿੱਚ, ਨਾ ਇਸ ਮੁਲਕ ਦੇ ਵਿੱਚ ਕੋਈ ਨੌਕਰੀਆਂ ਨੇ, ਤੇ ਫਿਰ ਸਾਨੂੰ 5000 ਵਾਲਾ 5100 ਵਾਲਾ ਯੂਨਿਟ ਮਾਫ ਕਰੋ। ਫਿਰ ਇੱਕ ਜ਼ੁਲਮ ਹੋਰ ਹੁੰਦਾ ਜੇ ਇੱਕ ਮਹੀਨਾ ਵੀ ਤੁਹਾਡਾ ਯੂਨਿਟ 200 ਤੋਂ ਕ੍ਰਾਸ ਕਰ ਗਏ ਨਾ, ਤੇ ਤੁਹਾਨੂੰ ਅਗਲੇ 6 ਮਹੀਨੇ ਤੁਹਾਨੂੰ ਹਰ ਯੂਨਿਟ 27-28 ਰੁਪਏ ਦਾ ਪੈਣਾ। ਅੱਛਾ, ਇੱਕ ਮਰੀਮ ਨਵਾਜ਼ ਸਾਹਿਬਾ ਜਿਹੜੇ ਨੇ ਇਹਨਾਂ ਨੇ ਬਿਆਨ ਦਿੱਤਾ ਸੀ ਕਿ 100 ਯੂਨਿਟ ਤੱਕ ਬਿੱਲ ਜਿਹੜਾ ਪੰਜਾਬ ਗਵਰਨਮੈਂਟ ਅਦਾ ਕਰ ਦੇਗੀ, ਉਹਦਾ ਕੀ ਬਣਿਆ? बस उस टाइम इलेक्शन नहीं थी हुए तो मरियम साहबा ने क्या है जी, आप बिल अदा करने जाएंगे तो आपको बताया जाएगा कि जी आपका बिल पंजाब गवर्नमेंट ने अदा कर दिया है। मरियम साहबा का बयान है, पता नहीं वो वादा किधर गया यार। सारे सियासतदान झूठ बोलते सी, मरियम नवाज भी झूठ बोल रही है। मतलब बिलावल कह रहा मैं 300 यूनिट फ्री देंगा, नून लीग वाले भी, इन्होंने पीपल पार्टी वाले भी चलो फ्री ना देन को सस्ती कर देन बिजली यार। ਜਿਹੜਾ ਹੱਕ ਬਣਦਾ ਹੈ ਨਾ, ਜਿਹੜਾ ਕਮ ਸੇ ਕਮ ਜਿੰਨੀ ਸਾਡੀ ਆਵਾਮ ਦੀ ਸਖਤ ਹੈ ਉਸ ਤਰੀਕੇ ਦੇ ਨਾਲ ਉਹ ਇੱਕ ਟੈਰਿਫ ਜਿਹੜਾ ਮੁਤਾਰਫ ਕਰਾ ਦੇਣ ਤੇ ਇੱਕ ਫਿਕਸ ਰੇਟ ਕਰ ਦੇਣ 300 ਯੂਨਿਟ ਤੱਕ। 300 ਤੋਂ ਪਲੱਸ ਹੁੰਦੇ ਨੇ ਤੇ ਚਲੋ ਉਹਦਾ ਥੋੜਾ ਬਹੁਤ ਇਜ਼ਾਫਾ ਕਰ ਲੈਣ। ਇਹ ਤੇ ਨਹੀਂ ਇੱਕ ਚੀਜ਼ 10 ਰੁਪਏ ਦੀ ਹੈ ਤੇ ਉਹ ਅਗਰ ਇੱਕ ਹਿੰਸਾ ਕ੍ਰਾਸ ਕਰ ਗਿਆ ਤੇ ਉਹੀ ਚੀਜ਼ 50 ਰੁਪਏ ਦੀ ਹੋ ਗਈ। ਬਹੁਤ ਮੁਸ਼ਕਲ ਹੈ ਕਿਉਂਕਿ ਇਹਨਾਂ ਨੇ ਉਸ ਜ਼ੁਲਮ ਦਾ ਲੋਕ ਚੀਖ ਪੁਕਾਰ ਕਰ ਰਹੇ ਸੀ ਕਿ ਸਾਨੂੰ 5000 ਵਾਲਾ 5100 ਰੁਪਏ ਵਾਲਾ ਯੂਨਿਟ ਮਾਫ ਕਰੋ, ਲੇਕਿਨ ਇਹਨਾਂ ਨੇ ਕੀ ਉਹਦਾ ਹੱਲ ਕੱਢਿਆ? ਇਹਨਾਂ ਨੇ ਟੋਟਲੀ ਪਹਿਲੇ ਯੂਨਿਟ ਤੋਂ ਹੀ ਰੇਟ ਲਾਤਾ ਨੇ ਕਿ ਲਓ ਹੁਣ ਮਰੋ। ਅੱਗੇ ਤੁਹਾਨੂੰ ਇੱਕ ਹਥੌੜਾ ਵੱਜਦਾ ਸੀ ਮਹੀਨੇ ਦੇ ਵਿੱਚ ਸਿਰ ਦੇ ਵਿੱਚ, ਹੁਣ ਤੁਹਾਨੂੰ ਰੋਜ਼ਾਨਾ ਜਿੰਨੇ ਯੂਨਿਟ ਸਾੜੋਗੇ ਉਹਨੇ ਹੀ ਥੋੜੇ ਵਜਣ। ਨਹੀਂ, ਇਹ ਜਿਹੜੀ ਅਰਬਾਂ ਰੁਪਏ ਦੀ ਕਰਪਸ਼ਨ ਹੁੰਦੀ ਏ ਬਲੋਚਿਸਤਾਨ 'ਚ ਬਿਜਲੀ ਦੀ, ਹੋਰ ਸੂਬਿਆਂ 'ਚ ਹੁੰਦੀ ਏ, ਪੰਜਾਬ ਦੇ ਵਿੱਚ ਕੋਈ ਖਾਸ ਮੁਸੀਬਤ ਹੈ ਪੰਜਾਬ ਜਿਹੜਾ ਪੈਦਾ ਹੋ ਗਿਆ? ਇਸ ਵਾਸਤੇ ਕਿ ਪੰਜਾਬ ਦੇ ਵਿੱਚ ਦੁੱਧ ਦੀਆਂ ਨਹਿਰਾਂ ਇਹਨਾਂ ਨੇ ਬਹਾਈਆਂ, ਇੱਥੇ ਸ਼ਹਿਰ ਦੀਆਂ ਨਹਿਰਾਂ ਵਸਦੀਆਂ ਪਈਆਂ, ਇੱਥੋਂ ਤੇਲ ਨਿਕਲ ਆਇਆ, ਹਰ ਘਰ ਦੇ ਵਿੱਚ ਸੋਨਾ ਨਿਕਲਦਾ ਹੈ। ਇੱਥੇ ਤਾਂ ਲੋਕ ਅਮੀਰ ਹੀ ਬੜੇ ਨੇ, ਲੁੱਟੋ ਜਿੰਨਾ ਮਰਜ਼ੀ ਇਹਨਾਂ ਨੂੰ। ਸਿੰਧ ਨੂੰ ਵੀ ਪਾਲੋ, KPK ਨੂੰ ਵੀ ਪਾਲੋ, ਬਲੋਚਿਸਤਾਨ ਦੀ ਵੀ ਜਿਹੜੀ ਚੋਰੀ ਚਕਾਰੀ ਬਿਜਲੀ ਹੈ ਸਾਰੀ ਅਸ਼ਰਾਫੀਆ ਦੀ ਹੈ, ਬਿਜਲੀ ਚੋਰੀ ਹੈ, ਵਾਪਡਾ ਮੁਲਾਜ਼ਮੀਨ ਨੇ, ਸਰਕਾਰੀ ਆਲਾ ਅਹੁਦੇਦਾਰ ਵੱਡੇ ਜਿਹੜੇ ਨੇ, ਹੁਕਮਰਾਨ ਤਬਕਾ, ਉਹਨਾਂ ਨੂੰ ਪਾਲਣਾ ਕਿੰਨੇ? ਆਮ ਆਵਾਮ ਨੇ ਪਾਲਣਾ। ਮਸਨੂਈ ਤਰੱਕੀ ਹੋ ਰਹੀ ਹੈ ਸਟਾਕ ਐਕਸਚੇਂਜ ਦੇ ਵਿੱਚ, ਇਹ ਸਾਰਾ ਪੈਸਾ ਮੇਰੇ ਤੁਹਾਡੀ ਜੇਬ 'ਚ ਕੱਢਿਆ ਜਾ ਰਿਹਾ। ਉਹ ਕਿਸੇ ਦੀ ਮਿਸਾਲ ਹੈ ਨਾ, ਕਿਸੇ ਨੇ ਕਿਹਾ, ਉਹਨੇ ਕਿਹਾ ਸਾਹਿਬ ਜੀ ਸਾਡੀ ਹਾੜੀ ਵੀ ਵਿਕ ਜਾਂਦੀ ਤੇ ਸੋਨੀ ਵੀ ਵਿਕ ਜਾਂਦੀ ਹੈ, ਯਾਨੀ ਬਿੱਲ ਤਾਰਦੇ ਹੁਣ ਸਾਡਾ ਜਿਹੜਾ ਨਾ ਸਾਰੇ ਮਹੀਨੇ ਦੀ ਕਮਾਈ ਨਿਕਲ ਜਾਂਦੀ। ਬਿੱਲ ਅਦਾ ਕਰਕੇ ਹਟਨੇ ਆ, ਹੋਰ ਕੋਈ ਮੁਸੀਬਤ ਆ ਜਾਂਦੀ ਹੈ, ਗੈਸ ਮਹਿੰਗੀ, ਗੈਸ ਦੇ ਮੀਟਰ ਬੰਦ ਕੀਤੇ ਨੇ ਪੂਰੇ ਪਾਕਿਸਤਾਨ ਦੇ ਵਿੱਚ, ਗੈਸ ਦੇ ਮੀਟਰ ਹੀ ਨਹੀਂ ਲੱਗਣ ਡਏ, ਲੋਕ ਜ਼ਲੀਲ ਹੋ ਰਹੇ ਨੇ। ਵਜ੍ਹਾ ਕੀ ਹੈ? LPG ਦਾ ਕਾਰੋਬਾਰ ਕਰਨਾ, ਗੈਸ ਮਹਿੰਗੀ ਵੀ ਹੈ। ਅੱਗੋਂ ਅਗਰ ਖੁੱਲ ਗਏ ਤੇ ਤੁਸੀਂ ਦੇਖਣਾ ਡਿਮਾਂਡ ਆਰਡਰਸ ਕਿਹੜੇ ਮਹਿੰਗੇ ਤਰਦੇ ਨੇ, ਕਿੰਨੇ ਮਹਿੰਗੇ ਮੀਟਰ ਲੱਗਦੇ ਨੇ। ਨਾਰਮਲ ਕੀ, ਅਰਜੈਂਟ ਕੀ, ਲੱਖਾਂ ਦਰਖਾਸਤਾਂ ਇੱਕ ਜ਼ਿਲ੍ਹੇ 'ਚ ਹੋਈਆਂ, ਗਵਰਨਮੈਂਟ ਕਈ ਸਾਲਾਂ ਤੋਂ ਬੈਨ ਕਰਕੇ ਬੈਠੀ। ਅੱਛਾ, ਹੁਣ ਕੋਈ ਗੁਜ਼ਾਰਿਸ਼ ਕਰਦੇ ਹੋ ਗਵਰਨਮੈਂਟ ਅੱਗੇ? ਗੁਜ਼ਾਰਿਸ਼ ਕੋਈ ਨਹੀਂ ਇਹਨਾਂ ਅੱਗੇ ਕਰ ਸਕਦੇ, ਬਸ ਇਤਨਾ ਹੈ ਕਿ ਅੱਲਾ ਦੇ ਕਹਿਰ ਤੋਂ ਡਰੋ। ਆਵਾਮ ਦਾ ਇਹਨਾਂ ਨੂੰ ਕੋਈ ਲਿਹਾਜ਼ ਨਹੀਂ, ਕੋਈ ਖਿਆਲ ਨਹੀਂ। ਅਗਰ ਹੁੰਦਾ ਤੇ ਸਾਡੇ ਮੁਲਕ 'ਚ ਚੀਨੀ 200 ਰੁਪਏ ਕਿਲੋ ਨਾ ਹੁੰਦੀ। ਅਗਰ ਇਹਨਾਂ ਨੂੰ ਆਵਾਮ ਦਾ ਖਿਆਲ ਹੁੰਦਾ ਤੇ ਬਿਜਲੀ ਦਾ ਜਿਹੜਾ ਯੂਨਿਟ ਹੈ ਨਾ 40 ਰੁਪਏ ਤੋਂ ਉੱਤੇ ਨਾ ਲੈਂਦੇ। ਅਗਰ ਆਵਾਮ ਦਾ ਇਹਨਾਂ ਨੂੰ ਕੋਈ ਲਿਹਾਜ਼ ਖਿਆਲ ਹੁੰਦਾ ਨਾ ਤੇ ਅੱਜ ਫਿਰ ਉਹ ਜਿਹੜਾ ਘਿਓ ਜਿਹੜਾ 500-600 ਰੁਪਏ ਕਿਲੋ ਮਿਲਦਾ ਪਿਆ ਨਾ ਸੂਫੀ, ਉਹ 200-150 ਦੇ ਦਰਮਿਆਨ 'ਚ ਹੁੰਦਾ। ਪੈਟਰੋਲ ਦੀ ਕੀਮਤ ਆਏ ਰੋਜ਼ ਵੱਧ ਜਾਂਦੀ, ਜਦ ਕਿ ਬੈਨ ਅਲ-ਅਕਵਾਮੀ ਸਤਹ ਤੇ ਰੇਟ ਘਟਣ ਡਿਆ। 15 ਦਿਨਾਂ 'ਚ 2 ਵਾਰੀ ਵੀ ਕੀਮਤ ਵੱਧ ਜਾਂਦੀ ਹੈ। ਪੂਰੀ ਦੁਨੀਆ ਦੇ ਉੱਤੇ ਐਸਾ ਜ਼ੁਲਮ ਕਿਤੇ ਨਹੀਂ ਹੁੰਦਾ ਪਿਆ ਜਿਸ ਤਰ੍ਹਾਂ ਦਾ ਪਾਕਿਸਤਾਨ 'ਚ ਹੋ ਰਿਹਾ। ਅੱਛਾ, ਹੁਣ ਕੋਈ ਸ਼ਹਬਾਜ਼ ਸ਼ਰੀਫ ਸਾਹਿਬ ਨੂੰ, ਮਰੀਮ ਨਵਾਜ਼ ਸਾਹਿਬਾ ਨੂੰ ਜਿਹੜਾ ਨਾ ਕੋਈ ਦੇਣਾ ਚਾਹੁੰਦੇ ਹੋ ਕੋਈ ਪੈਗਾਮ? ਮਰੀਮ ਨਵਾਜ਼ ਸਾਹਿਬਾ ਜਾਂ ਸ਼ਹਬਾਜ਼ ਸ਼ਰੀਫ ਸਾਹਿਬ ਅਗਰ ਸੁਣਦੇ ਹੋਣ ਤੇ ਅਸੀਂ ਉਹਨਾਂ ਨੂੰ ਪੈਗਾਮ ਦਈਏ। ਉਹ ਸੁਣਦੇ ਨੇ ਸਿਰਫ ਉਹ ਬਾਬੇ ਚਾਚੇ ਦੀ ਗਾਲ, ਜਿਹਨੂੰ ਫੜ ਕੇ ਫਿਰ ਲਿੱਤਰ ਮਾਰਦੇ ਨੇ, ਉਹ ਸਿਰਫ ਉਹ ਚੀਜ਼ ਸੁਣਦੇ ਨੇ, ਹੋਰ ਉਹਨਾਂ ਨੂੰ ਕੁਝ ਨਹੀਂ ਸੁਣਦਾ। ਅਗਰ ਸੁਣਦਾ ਹੁੰਦਾ ਕਿਆ ਉਹ ਇਸ ਪਾਕਿਸਤਾਨ ਦੇ ਵਾਸੀ ਨਹੀਂ, ਮਰੀਮ ਨਵਾਜ਼ ਜਾਂ ਸ਼ਹਬਾਜ਼ ਸ਼ਰੀਫ? ਯਾਰ ਅਸੀਂ ਤਾਂ ਸੋਚਿਆ ਸੀ ਨਵਾਜ਼ ਸ਼ਰੀਫ ਦਾ ਭਰਾ ਹੈ, ਇਹ ਨਵਾਜ਼ ਸ਼ਰੀਫ ਦੀ ਬੇਟੀ ਹੈ। ਠੀਕ ਹੈ, ਮਰੀਮ ਨਵਾਜ਼ ਬੜੇ ਕੰਮ ਕਰ ਰਹੀ, ਬੜੇ ਅੱਛੇ ਕੰਮ ਕਰ ਰਹੀ ਹੈ, ਇਹਦੇ ਸ਼ੱਕ ਕੋਈ ਨਹੀਂ। ਲੇਕਿਨ ਇੱਕ ਦੋ ਕੰਮ ਐਸੇ ਨੇ ਜਿਹੜੇ ਆਵਾਮ ਦੀ ਨਾ ਗਲੇ ਦੀ ਹੱਡੀ ਬਣ ਕੇ ਅਟਕੇ ਹੋਏ ਨੇ। ਗਰੀਬ ਨੂੰ 2000 ਰੁਪਏ ਦਾ ਮੋਟਰਸਾਈਕਲ ਦਾ ਚਲਾਨ
ਇਹ ਬੜਾ ਵੱਡਾ ਜ਼ੁਲਮ ਹੈ, ਇਹਦਾ ਹਿਸਾਬ ਕਿਆਮਤ ਨੂੰ ਦੇਣਾ ਪੈਣਾ। ਇੱਥੇ ਨਾ ਸਹੀ ਮਰੀਮ ਸਾਹਿਬਾ ਸਾਨੂੰ ਚੁਕਾਣਾ ਚੁਕਾ ਲੇ, ਲੇਕਿਨ ਇਹਦਾ ਹਿਸਾਬ ਅੱਲਾ ਨੇ ਲੈਣਾ ਹੈ ਕਿ ਇਹ ਮੋਟਰਸਾਈਕਲ ਵਾਲਾ ਇੰਨੀ ਸਖਤ ਰੱਖਦਾ ਕਿ ਉਹਨੂੰ 2-2 ਹਜ਼ਾਰ ਦੇ ਚਲਾਨ ਕਰ ਕਰਕੇ ਇੱਕ ਮੋਟਰਸਾਈਕਲ ਦੇ ਉੱਤੇ 20-20 30-30 50-50 ਲੱਖ ਰੁਪਏ ਦੇ ਸੇਫ ਸਿਟੀ ਕੈਮਰਿਆਂ ਦੇ ਚਲਾਨ ਤੁਸੀਂ ਚਾੜੇ ਨੇ। ਇਹ ਬਹੁਤ ਵੱਡਾ ਜ਼ੁਲਮ ਹੋ ਰਿਹਾ। ਕੀ ਮਰੀਮ ਨਵਾਜ਼ ਅੱਗੇ ਅਸੀਂ ਗੁਜ਼ਾਰਿਸ਼ ਕਰੀਏ, ਸ਼ਹਿਬਾਜ਼ ਸ਼ਰੀਫ ਅੱਗੇ ਕੀ ਗੁਜ਼ਾਰਿਸ਼ ਕਰੀਏ? ਉਹ ਤਾਂ ਸਿਰਫ ਤੇਲ ਮਹਿੰਗਾ ਕਰਨ ਵਾਸਤੇ ਵਜ਼ੀਰ ਆਜ਼ਮ ਬਣੇ ਹੋਏ ਨੇ। ਯਾਰ ਇਮਰਾਨ ਖਾਨ ਦੀ ਹੁਕੂਮਤ ਸੀ 150 ਰੁਪਏ ਲੀਟਰ ਤੱਕ ਗਿਆ ਸੀ ਤੇ ਅਸੀਂ ਸਾਰਾ ਦਿਨ ਚੀਖੋ ਪੁਕਾਰ ਕਰਦੇ ਹਾਂ, ਇਮਰਾਨ ਖਾਨ ਨੂੰ ਬੁਰਾ ਮੰਦਾ ਕਹਿੰਦੇ ਸਾਂ। ਸ਼ਹਿਬਾਜ਼ ਸ਼ਰੀਫ ਵੀ ਕਹਿ ਰਿਹਾ ਸੀ ਕਿ ਇਮਰਾਨ ਖਾਨ ਜ਼ੁਲਮ ਕੀਤਾ, ਇਹ 70 ਰੁਪਏ ਪੈਟਰੋਲ ਸਸਤਾ ਕਰੇ ਤੇ ਮਈਸ਼ਤ ਤੇ ਕੋਈ ਅਸਰ ਨਹੀਂ ਪੈਂਦਾ। ਯਾਨੀ 70 ਰੁਪਏ ਡਾਊਨ ਕਰਦਾ 140 35 40 ਰੁਪਏ ਹੋਇਆ ਸੀ ਉਦੋਂ, ਤੇ ਮਈਸ਼ਤ ਤੇ ਕੋਈ ਅਸਰ ਨਹੀਂ ਪੈਂਦਾ। ਸ਼ਹਿਬਾਜ਼ ਸ਼ਰੀਫ ਸਾਹਿਬ ਦਾ ਬਿਆਨ ਹੈ। ਅੱਜ ਇਹ ਕਿਉਂ ਨਹੀਂ ਕਰਦੇ ਪਏ? ਇਹਨਾਂ ਨੇ 270 ਰੁਪਏ ਕਰ ਦਿੱਤਾ ਹੈ। ਆ ਜਾ ਕੇ ਸਟਾਕ ਐਕਸਚੇਂਜ ਰੋਜ਼ ਇੱਕ ਰਿਕਾਰਡ ਕਾਇਮ ਕਰਦੀ ਪਈ, ਸਿਰਫ ਇਹਨਾਂ ਚੀਜ਼ਾਂ ਦੇ ਸਿਰ ਤੇ ਕਰਦੀ ਪਈ ਕਿ ਆਵਾਮ ਕੋ ਪੈਸਾ ਖੋਇਆ ਜਾ ਰਿਹਾ, ਹੋਰ ਕੋਈ ਮੁਲਕ ਤਰੱਕੀ ਨਹੀਂ ਨਜ਼ਰ ਆ ਰਹੀ।